So good morning students. Well, myself is Simrandeep Singh and I am working as a mathematics teacher in Government Smart High School Nankala, District Patiala. So beta, आज ਅਸੀਂ ਕਰਾਂਗੇ क्लास 7th ਦਾ ਚੈਪਟਰ ਨੰਬਰ 13 ਘਾਤ ਅਤੇ ਘਾਤ ਅੰਕ ਔਰ ਇਸ ਦੀ ਅਸੀਂ ਐਕਸਰਸਾਈਜ਼ 13.1 ਦੇ 5th ਕੁਐਸਚਨ ਤੋਂ ਔਨਵਰਡਸ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਲਾਸਟ ਟਾਈਮ ਪਹਿਲੇ 4 ਕੁਐਸਚਨ ਕੀਤੇ ਸੀ। ਅੱਜ ਅਸੀਂ ਕਰਦੇ ਹਾਂ ਐਕਸਰਸਾਈਜ਼ 13.1 ਦਾ ਕੁਐਸਚਨ ਨੰਬਰ 5। ਸੋ ਤੁਹਾਡੀ NCERT ਦੀ ਬੁੱਕ ਦਾ ਇਹ ਕੁਐਸਚਨ ਨੰਬਰ 5 ਹੈ। ਕੀ ਕੁਐਸਚਨ ਹੈ? ਪਹਿਲਾ ਕੁਐਸਚਨ ਲਿਖ ਲੈਂਦੇ ਹਾਂ। ਹੇਠ ਲਿਖਿਆਂ ਵਿੱਚੋਂ ਹਰੇਕ ਨੂੰ ਅਭਾਜ ਗੁਣਨਖੰਡ, ਹੇਠ ਲਿਖਿਆਂ ਵਿੱਚੋਂ ਹਰੇਕ ਨੂੰ ਅਭਾਜ ਗੁਣਨਖੰਡ ਦੇ ਘਾਤ ਅੰਕਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ। ਦੇ ਘਾਤ ਅੰਕਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ। ਸੋ ਸਾਨੂੰ ਕੋਈ ਸੰਖਿਆ ਦਿੱਤੀ ਹੋਏਗੀ, ਅਸੀਂ ਉਸ ਨੂੰ ਅਭਾਜ ਗੁਣਨਖੰਡ ਦੇ ਘਾਤ ਅੰਕਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਣਾ ਹੈ। ਇਹ ਹੈ 5th ਕੁਐਸਚਨ ਐਕਸਰਸਾਈਜ਼ 13.1 ਦਾ। ਇਸ ਦਾ ਫਸਟ ਪਾਰਟ ਕੀ ਹੈ? ਕਿਹੜੀ ਸੰਖਿਆ ਆਪਾਂ ਨੂੰ ਦਿੱਤੀ ਹੋਈ ਹੈ? ਉਹ ਹੈ 648 648 648 ਨੂੰ ਅਸੀਂ ਅਭਾਜ ਗੁਣਨਖੰਡਾਂ ਦੇ ਘਾਤ ਅੰਕਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਣਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ? 648 ਦੇ ਫੈਕਟਰਸ ਬਣਾਵਾਂਗੇ, ਪ੍ਰਾਈਮ ਫੈਕਟਰਸ ਜਾਂ ਜਿਹਨੂੰ ਅਸੀਂ ਕਹਿ ਦਿੰਦੇ ਆ ਅਭਾਜ ਗੁਣਨਖੰਡ। ਤਾਂ ਉਹ ਕਿਸ ਤਰ੍ਹਾਂ ਬਣਦੇ ਆ? ਉਹ ਕੁਝ ਇਸ ਤਰ੍ਹਾਂ ਬਣਦੇ ਆ। 648 ਦੇਖੋ, ਸਭ ਤੋਂ ਪਹਿਲਾਂ ਅਸੀਂ ਚੈੱਕ ਕਰਦੇ ਹਾਂ ਕਿ 648 ਕਿਸ ਤੇ ਡਿਵਾਈਡ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਚੈੱਕ ਕਰਦੇ ਹਾਂ ਕਿ ਕੀ ਇਹ 2 ਤੇ ਡਿਵਾਈਡ ਹੁੰਦਾ ਹੈ ਜਾਂ ਨਹੀਂ। 2 ਤੇ ਡਿਵੀਜ਼ਨ ਦਾ ਰੂਲ ਕੀ ਹੈ? ਜੋ 2 ਹੈ ਉਸ ਤੇ ਡਿਵੀਜ਼ਨ ਦਾ ਰੂਲ ਕੀ ਹੈ ਕਿ ਜਿਹੜਾ ਯੂਨਿਟ ਪਲੇਸ ਹੈ ਉਸ ਤੇ ਆਈਦਰ 0 ਹੋਵੇ, 2 ਹੋਵੇ, 4 ਹੋਵੇ, 6 ਹੋਵੇ ਜਾਂ 8 ਹੋਵੇ। ਇਹਨਾਂ ਦੇ ਵਿੱਚੋਂ ਕੋਈ ਵੀ ਡਿਜਿਟ ਅਗਰ ਯੂਨਿਟ ਪਲੇਸ ਤੇ ਹੈ ਤਾਂ ਉਹ ਨੰਬਰ ਜਿਹੜਾ ਹੈ 2 ਤੇ ਡਿਵੀਜ਼ੀਬਲ ਹੁੰਦਾ ਹੈ। ਤਾਂ ਇੱਥੇ ਕੀ ਹੈ? 8। ਤਾਂ ਇਟ ਮੀਨਸ 8 ਜਿਹੜਾ ਹੈ 2 ਦੇ ਪਹਾੜੇ ਤੇ ਜਾਂਦਾ ਹੈ, ਤਾਂ 648 ਵੀ 2 ਦੇ ਪਹਾੜੇ ਤੇ ਜਾਏਗਾ। ਤਾਂ 648 ਨੂੰ ਜੇਕਰ ਮੈਂ 2 ਨਾਲ ਭਾਗ ਕਰੂੰਗਾ ਤਾਂ ਇਹ ਆਏਗਾ 324। 324 ਕੀ ਇਹ 2 ਤੇ ਡਿਵੀਜ਼ੀਬਲ ਹੈ? ਫਸਟ ਯੂਨਿਟ ਪਲੇਸ ਤੇ ਕੀ ਹੈ? 4। ਤਾਂ 4 ਆਂਦਾ ਹੈ, ਇਸ ਦੇ ਵਿੱਚ 4 ਹੈ, ਤਾਂ ਇਟ ਮੀਨਸ 324 ਵੀ 2 ਤੇ ਡਿਵੀਜ਼ੀਬਲ ਹੈ। ਔਰ 324 ਨੂੰ ਜਦੋਂ ਮੈਂ 2 ਨਾਲ ਡਿਵਾਈਡ ਕੀਤਾ ਤਾਂ ਆਨਸਰ ਆਇਆ 162। 162 ਤੁਸੀਂ ਰਫ ਕੰਮ ਦੇ ਵਿੱਚ ਇਹਨੂੰ ਡਿਵਾਈਡ ਕਰਕੇ ਦੇਖ ਸਕਦੇ ਹੋ। 324 ਦਾ ਹਾਫ ਹੁੰਦਾ ਹੈ 162, ਮਤਲਬ 324 ਨੂੰ 2 ਤੇ ਭਾਗ ਕੀਤਾ ਸਾਡੇ ਕੋਲ ਆਏਗਾ 162। और 162 ਨੂੰ ਫਿਰ ਮੈਂ 2 ਤੇ ਡਿਵਾਈਡ ਕਰੂੰਗਾ ਤਾਂ ਸਾਡੇ ਕੋਲ ਕੀ ਆਏਗਾ? 8 1 81। ਔਰ 81 ਹੁਣ 81 2 ਤੇ ਡਿਵੀਜ਼ੀਬਲ ਨਹੀਂ ਹੈ ਕਿਉਂਕਿ ਯੂਨਿਟ ਪਲੇਸ ਦੇ ਵਿੱਚ ਨਾ ਤਾਂ 0 ਹੈ, ਨਾ 2 ਹੈ, ਨਾ 4 ਹੈ, ਨਾ 6 ਹੈ, ਨਾ 8 ਹੈ। ਸੋ 81 2 ਤੇ ਡਿਵੀਜ਼ੀਬਲ ਨਹੀਂ ਹੈ। ਤਾਂ 81 ਕਿਸ ਤੇ ਡਿਵਾਈਡ ਹੋਏਗਾ? ਹੁਣ ਆਪਾਂ ਨੈਕਸਟ ਦੇਖਦੇ ਹਾਂ 3 ਵਾਲਾ ਰੂਲ। 3 ਵਾਲਾ ਰੂਲ ਕੀ ਹੈ? ਅਸੀਂ ਸਮ ਲੈਣੇ ਹੁੰਦੇ ਆ। ਕਿਸ ਦਾ? ਜਿਹੜੇ ਵੀ ਸਾਡੇ ਕੋਲੇ ਡਿਜਿਟਸ ਨੇ ਉਹਨਾਂ ਦਾ ਜੋੜ ਕਰਕੇ ਦੇਖਦੇ ਆ। ਜੇਕਰ ਜੋੜ 3 ਦੇ ਪਹਾੜੇ ਤੇ ਜਾਂਦਾ ਹੈ ਤਾਂ ਉਹ ਨੰਬਰ ਵੀ 3 ਤੇ ਡਿਵਾਈਡ ਹੁੰਦਾ ਹੈ, ਔਰ ਜੇਕਰ ਜੋੜ 3 ਦੇ ਪਹਾੜੇ ਤੇ ਨਹੀਂ ਜਾਂਦਾ ਤਾਂ ਉਹ ਨੰਬਰ 3 ਤੇ ਡਿਵਾਈਡ ਨਹੀਂ ਹੁੰਦਾ। ਤਾਂ 8 ਤੇ 1 ਦਾ ਜੋੜ ਕੀ ਹੁੰਦਾ ਹੈ? 9। ਔਰ 8 ਤੇ 1 ਦਾ 9, 8 ਤੇ 1 ਦਾ ਜੋੜ 9 ਹੁੰਦਾ ਹੈ, ਤਾਂ 9 3 ਦੇ ਪਹਾੜੇ ਤੇ ਜਾਂਦਾ ਹੈ। ਇਟ ਮੀਨਸ 81 ਵੀ 3 ਦੇ ਪਹਾੜੇ ਤੇ ਜਾਏਗਾ। ਔਰ 81 ਨੂੰ ਜੇਕਰ ਮੈਂ 3 ਤੇ ਭਾਗ ਕਰੂੰਗਾ ਤਾਂ ਆਨਸਰ ਆ ਜਾਏਗਾ 27। ਔਰ 27 ਨੂੰ ਫਿਰ ਮੈਂ ਚੈੱਕ ਕਰਦਾ 2 + 7 9। 9 3 ਦੇ ਪਹਾੜੇ ਤੇ ਜਾਂਦਾ ਹੈ, ਤਾਂ ਇਟ ਮੀਨਸ 27 ਵੀ 3 ਦੇ ਪਹਾੜੇ ਤੇ ਜਾਏਗਾ। 27 ਨੂੰ ਮੈਂ 3 ਨਾਲ ਭਾਗ ਕਰੂੰਗਾ ਤਾਂ ਆਨਸਰ ਆਏਗਾ 9। ਔਰ 9 ਵੀ 3 ਦੇ ਪਹਾੜੇ ਤੇ 3 3 9 ਔਰ 3 ਏਕਮ 3। ਤਾਂ 648 ਨੂੰ ਦੇਖੋ ਕੀ ਲਿਖਿਆ ਜਾ ਸਕਦਾ ਹੈ। 648 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 2 ਗੁਣਾ 2 ਗੁਣਾ 3 ਗੁਣਾ 3 ਗੁਣਾ 3 ਗੁਣਾ 3।
तो मैं लिखता 2 गुणा 2 गुणा 2 गुणा 3 गुणा 3 गुणा 3 गुणा 3। तो 2 कितनी बारी आया 3 बारी और 3 कितनी बारी आया 4 बारी। तो 648 मैं लिख सकता देखो 2 गुणा 2 गुणा 2 2 आया 3 बारी तो 2 दी घात या 2 दी पावर 3 मल्टीप्लाई बाय 3 कितनी बारी आया 4 बारी आपस में गुणा होके तो इसमें मैं लिखता 3 दी पावर 4। सो इस तरह 648 ਨੂੰ ਲਿਖਿਆ ਜਾ ਸਕਦਾ ਹੈ 2 ਦੀ ਪਾਵਰ 3 ਮਲਟੀਪਲਾਈ ਬਾਈ 3 ਦੀ ਪਾਵਰ 4। ਸੋ ਇਸ ਤਰ੍ਹਾਂ ਅਸੀਂ ਕੀਤਾ ਇਸ ਸੰਖਿਆ ਨੂੰ ਅਭਾਜ ਗੁਣਨਖੰਡ ਦੇ ਦੇਖੋ ਇਹ ਅਭਾਜ ਗੁਣਨਖੰਡ ਹੈ ਇਸ ਦੀਆਂ ਘਾਤ ਅੰਕਾਂ ਇਸ ਦੇ ਘਾਤ ਅੰਕ ਨੇ ਦੇ ਗੁਣਨਫਲ ਦੇ ਰੂਪ ਵਿੱਚ ਵਿਚਕਾਰ ਕੀ ਹੈ ਗੁਣਨਫਲ ਹੈ। ਤਾਂ ਇਸ ਸੰਖਿਆ ਨੂੰ ਅਸੀਂ ਅਭਾਜ ਗੁਣਨਖੰਡ ਦੇ ਘਾਤ ਅੰਕ ਦੇ ਗੁਣਨਫਲ ਦੇ ਰੂਪ ਵਿੱਚ ਲਿਖ ਦਿੱਤਾ। ਸੋ ਇਸ ਤੋਂ ਨੈਕਸਟ ਅਸੀਂ ਅਗਲਾ ਪਾਰਟ ਕਰਦੇ ਹਾਂ ਇਸੇ ਟਾਈਪ ਦਾ ਕੁਐਸਚਨ ਹੈ ਉਹ सेकंड पार्ट। सेकंड पार्ट है साडे कोले 405 हुण असीं 405 ਨੂੰ ਅਭਾਜ ਗੁਣਨਖੰਡ ਦੇ ਘਾਤ ਅੰਕਾਂ ਦੇ ਗੁਣਨਫਲ ਦੇ ਰੂਪ 'ਚ ਲਿਖਣਾ ਹੈ। ਤਾਂ ਪਹਿਲੀ ਗੱਲ ਮੈਂ ਕੀ ਕਰੂੰਗਾ 405 ਦੇ ਫੈਕਟਰਸ ਬਣਾਉਂਗਾ। ਕੀ 405 2 ਤੇ ਡਿਵੀਜ਼ੀਬਲ ਹੈ? यूनिट प्लेस ਤੇ ਨਾ ਤਾਂ 0 ਹੈ ਨਾ 2 ਹੈ ਨਾ 4 ਹੈ ਨਾ 6 ਹੈ ਨਾ 8 है कुछ भी नहीं है। तो इट मींस ये 2 ते डिविजिबल नहीं है। कि ये 3 ते डिविजिबल है मैं सारे डिजिट्स दा जोड़ करदा की आया 4 + 0 4 4 + 5 9 तो 9 3 दे पहाड़ी ते जांदा है। इट मींस 405 भी 3 दे पहाड़ी ते जाएगा और जदों मैं 405 ਨੂੰ 3 ਨਾਲ डिवाइड करूंगा तो साडे कोल आंसर आएगा 1 3 5। तुसीं रफ च करके देख सकते हो इसनूं इस तरह 405 ਨੂੰ मैं 3 ਤੇ ਡਿਵਾਈਡ ਕਰ 3 एकम 3 ਤਾਂ 1 0 3 3 9 1 5 3 5 15। ਸੋ 405 ਨੂੰ 3 ਨਾਲ ਡਿਵਾਈਡ ਕੀਤਾ ਤਾਂ ਆਨਸਰ ਕੀ ਆਇਆ ਸਾਡੇ ਕੋਲੇ 135। ਉਸ ਨੂੰ ਮੈਂ ਇੱਥੇ ਲਿਖਤਾ। ਹੁਣ 135 ਕੀ ਇਹ 3 ਤੇ ਜਾਂਦਾ ਹੈ ਡਿਵੀਜ਼ੀਬਲ ਹੈ 1 + 3 4 4 + 5 9 ਤਾਂ 9 ਜੇਕਰ 3 ਦੇ ਪਹਾੜੀ ਤੇ ਜਾਂਦਾ ਤਾਂ ਇਟ ਮੀਨਸ 135 ਵੀ 3 ਤੇ डिविजिबल होएगा। तो मैं 135 ਨੂੰ 3 ਤੇ ਡਿਵਾਈਡ ਕਰਦਾ ਤਾਂ 3 ਚੌਕੇ 12 3 5 15 ਤਾਂ 135 ਨੂੰ ਮੈਂ 3 ਨਾਲ ਡਿਵਾਈਡ ਕੀਤਾ ਸਾਡੇ ਕੋਲੇ ਆਨਸਰ ਆਏਗਾ 45। ਜੇਕਰ ਇਹ ਕਨਸੈਪਟ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਤੁਸੀਂ ਇਸ ਨੂੰ ਰਫ ਦੇ ਵਿੱਚ ਡਿਵਾਈਡ ਕਰਕੇ ਦੇਖ ਸਕਦੇ ਹੋ। 45 ਨੂੰ ਮੈਂ ਫਿਰ ਦੁਬਾਰਾ 3 ਤੇ ਡਿਵਾਈਡ ਕਰਦਾ ਕਿਉਂਕਿ 4 + 5 ਦਾ ਜੋੜ ਕੀ ਹੈ 9 जो कि 3 ते डिविजिबल है तो 45 भी 3 ते डिवाइड होएगा और 45 ਨੂੰ ਜਦੋਂ मैं 3 ਨਾਲ डिवाइड करूंगा तो आंसर आएगा 15 और 15 ਨੂੰ मैं फिर तो 3 ਤੇ डिवाइड करूंगा तो ਸਾਡੇ ਕੋਲ ਕੀ आंसर आएगा 5 और 5 ਤੇ डिवाइड होके आंसर आएगा 1। तो 405 ਨੂੰ ਅਸੀਂ ਲਿਖ ਸਕਦੇ ਹਾਂ 405 किस दे बराबर है 1 2 3 4 4 बारी आया 3 3 गुणा 3 गुणा 3 गुणा 3 और एक बारी आया 5 गुणा 5। तो मैं कह सकता हूं 405 बराबर है 3 गुणा 3 गुणा 3 गुणा 3 गुणा 5। तो इसमें मैं लिख सकता हूं 3 कितनी बारी है 4 बारी तो 3 दी पावर 4 मल्टीप्लाई बाय 5 दी पावर 1 या फिर कल्ला 5 लिख के साडे कोल की आ गया आंसर आ गया। तो सिंपली मैं 405 दे फैक्टर्स बनाए और ਉਹਨਾਂ ਫੈਕਟਰਸ ਨੂੰ ਅਸੀਂ ਅੱਗੇ ਘਾਤ ਅੰਕ ਦੇ ਰੂਪ ਦੇ ਵਿੱਚ ਕਨਵਰਟ ਕਰਕੇ ਆਨਸਰ ਲੈ ਆਏ। ਇਸ ਤੋਂ ਨੈਕਸਟ ਜਿਹੜਾ ਪਾਰਟ ਹੈ ਉਹ ਹੈ 540 ਥਰਡ ਪਾਰਟ 540। ਥਰਡ ਪਾਰਟ ਸਾਡੇ ਕੋਲ ਹੈ 540। 540 ਨੂੰ ਪਹਿਲਾਂ ਅਸੀਂ ਕੀ ਕਰਾਂਗੇ 540 ਦੇ ਫੈਕਟਰਸ ਬਣਾਵਾਂਗੇ। ਕਿਵੇਂ ਬਣਾਵਾਂਗੇ इस तरह ये है 540 540 ਨੂੰ किस ਤੇ डिवाइड कर सकते हैं ਅਸੀਂ सब तो पहला यूनिट प्लेस ਤੇ 0 है सो ये 2 ਤੇ डिविजिबल है क्योंकि 2 ਦੇ ਪਹਾੜੇ ਤੇ 10 ਆਂਦਾ ਹੈ और 10 ਦੀ यूनिट प्लेस 0 ਹੁੰਦੀ ਹੈ ਤਾਂ 540 2 ਤੇ डिवाइड ਹੋ ਸਕਦਾ ਹੈ। ਜਦੋਂ ਮੈਂ 540 ਨੂੰ 2 ਨਾਲ ਭਾਗ ਕਰੂੰਗਾ ਤਾਂ ਸਾਡੇ ਕੋਲ ਇਹ ਆਨਸਰ ਆਏਗਾ 270 270 ਫਿਰ ਦੁਬਾਰਾ 2 ਤੇ डिवाइड ਹੋਏਗਾ ਤਾਂ ਆਨਸਰ ਆਏਗਾ 135 135 2 ਤੇ डिविजिबल नहीं क्योंकि इथे यूनिट प्लेस ਤੇ 5 है ਤਾਂ 135 2 ਤੇ डिविजिबल नहीं होएगा।
ਹੁਣ ਕੀ ਇਹ 3 ਤੇ ਡਿਵੀਜ਼ੀਬਲ ਹੈ ਸਾਨੂੰ ਚੈੱਕ ਕਰਨਾ ਪਏਗਾ 1 + 3 4 4 + 5 9 9 3 ਤੇ ਡਿਵੀਜ਼ੀਬਲ ਹੈ ਤਾਂ 135 ਵੀ 3 ਤੇ ਡਿਵੀਜ਼ੀਬਲ ਹੋਏਗਾ ਤਾਂ 3 ਚੌਕੇ 12 ਤੇ 3 5 15 ਤਾਂ 135 ਨੂੰ ਜੇਕਰ ਮੈਂ 3 ਤੇ ਡਿਵਾਈਡ ਕਰੂੰਗਾ ਤਾਂ ਸਾਡੇ ਕੋਲ ਕੀ ਆਨਸਰ ਆਏਗਾ 45 और 45 ਨੂੰ ਮੈਂ ਦੁਬਾਰਾ ਤੋਂ 3 ਤੇ ਜੇਕਰ ਡਿਵਾਈਡ ਕਰੂੰਗਾ ਤਾਂ ਸਾਡੇ ਕੋਲ ਆਨਸਰ ਆਏਗਾ 15 15 ਵੀ 3 ਤੇ ਡਿਵੀਜ਼ੀਬਲ ਹੈ 3 ਦੇ ਪਹਾੜੇ ਤੇ ਆਂਦਾ ਤਾਂ 15 ਨੂੰ ਮੈਂ 3 ਤੇ ਭਾਗ ਕੀਤਾ ਆਨਸਰ ਆਇਆ 5 और 5 ਨੂੰ ਜਦੋਂ ਮੈਂ 5 ਤੇ ਭਾਗ ਕਰੂੰਗਾ ਤਾਂ ਆਨਸਰ ਆਏਗਾ 1 ਸੋ 540 ਨੂੰ ਲਿਖਿਆ ਜਾ ਸਕਦਾ ਹੈ ਕੀ ਲਿਖਿਆ ਜਾ ਸਕਦਾ ਹੈ 2 × 2 2 ਵਾਰੀ 2 ਆਇਆ ਤਾਂ ਮੈਂ 2 × 2 ਲਿਖ ਦੇਣਾ गुणा 3 × 3 × 3 मतलब 3 वारी 3 आया तो 3 × 3 × 3 फिर मल्टीप्लाई बाय 1 वारी 5 आया तो 5 तो इसको लिखा जा सकता है 2 आया 2 वारी तो 2 की पावर 2 मल्टीप्लाई बाय 3 आया है 3 वारी तो 3 की पावर 3 मल्टीप्लाई बाय 5 की पावर 1 या कला 5 सो इस तरह साडा आंसर आ गया सो मैं दोबारा रिपीट कर देना 540 ਦੇ ਅਸੀਂ ਪ੍ਰਾਈਮ ਫੈਕਟਰਸ ਬਣਾਏ ਔਰ 540 ਨੂੰ ਉਹਨਾਂ ਅਭਾਜ ਗੁਣਨਖੰਡਾਂ ਦੇ ਬਰਾਬਰ ਲਿਖਿਆ ਮਲਟੀਪਲੀਕੇਸ਼ਨ ਦੇ ਵਿੱਚ ਔਰ ਉਹਨਾਂ ਨੂੰ ਉਹਨਾਂ ਦੇ ਘਾਤ ਅੰਕ ਦੇ ਰੂਪ ਦੇ ਵਿੱਚ ਵਿਚਕਾਰ ਮਲਟੀਪਲਾਈ ਕਰਕੇ ਅਸੀਂ ਆਨਸਰ ਕੱਢ ਦਿੱਤਾ ਸੋ ਲਾਸਟ ਪਾਰਟ ਕੁਐਸਚਨ ਨੰਬਰ 5 ਦਾ ਇਹ ਹੈ 3600 ਫੋਰਥ ਪਾਰਟ ਹੈ 3600 ਦੇਖਣ ਦੇ ਵਿੱਚ ਬੜਾ ਵੱਡਾ ਲੱਗ ਰਿਹਾ 3600 ਕੰਪੈਰੀਟਿਵਲੀ ਬਟ ਬਹੁਤ ਆਸਾਨ ਹੈ 3600 जेकर मैं इसको ऐसे फैक्टर्स बनाना तो 3600 इतने रखूंगा किस ते डिवाइड होता है पहली गल 2 ते डिवाइड होता है क्योंकि यूनिट प्लेस से की है 0 तो 3600 ਨੂੰ ਜੇਕਰ ਮੈਂ 2 ਤੇ ਭਾਗ ਕਰਦਾ ਤਾਂ ਆਨਸਰ ਆਂਦਾ ਹੈ 1800 ਫਿਰ 1800 2 ਤੇ ਡਿਵੀਜ਼ੀਬਲ ਹੈ 1800 ਨੂੰ ਮੈਂ 2 ਤੇ ਡਿਵਾਈਡ ਕਰਦਾ ਤਾਂ ਆਨਸਰ ਆਂਦਾ ਹੈ 900 और 900 फिर 2 ਤੇ ਡਿਵੀਜ਼ੀਬਲ ਹੈ और 900 ਨੂੰ ਜਦੋਂ ਮੈਂ 2 ਤੇ ਡਿਵਾਈਡ ਕਰਦਾ ਤਾਂ ਸਾਡੇ ਕੋਲ ਆਨਸਰ ਆਂਦਾ ਹੈ 450 450 ਫਿਰ ਦੇਖੋ ਯੂਨਿਟ ਪਲੇਸ 0 ਹੈ ਇਸ ਨੂੰ ਮੈਂ 2 ਤੇ ਡਿਵਾਈਡ ਕਰੂੰਗਾ then it will come 225 ਹੁਣ 225 2 ਤੇ ਡਿਵੀਜ਼ੀਬਲ ਨਹੀਂ ਹੈ ਕਿਉਂਕਿ ਯੂਨਿਟ ਪਲੇਸ ਤੇ ਨਾ ਤਾਂ 0 ਹੈ ਨਾ 2 ਹੈ ਨਾ 4 ਹੈ ਨਾ 6 ਹੈ ਨਾ 8 ਹੈ ਤਾਂ ਇਹ ਕਿਸ ਤੇ ਡਿਵੀਜ਼ੀਬਲ ਹੈ 2 ਤੋਂ ਬਾਅਦ ਅਸੀਂ ਚੈੱਕ ਕਰਦੇ ਹੁੰਦੇ ਹਾਂ 3 ਤੇ 3 ਦਾ ਰੂਲ ਕੀ ਹੈ ਸਾਰੇ ਡਿਜਿਟਸ ਨੂੰ ਆਪਸ ਦੇ ਵਿੱਚ ਐਡ ਕਰ ਲਓ ਤਾਂ 2 + 2 4 4 + 5 9 9 3 ਦੇ ਪਹਾੜੇ ਤੇ ਜਾਂਦਾ ਇਟ ਮੀਨਸ 225 ਵੀ 3 ਦੇ ਪਹਾੜੇ ਤੇ ਜਾਏਗਾ ਤਾਂ 3 7 21 और 3 5 15 225 ਨੂੰ ਜੇਕਰ ਮੈਂ 3 ਤੇ ਡਿਵਾਈਡ ਕਰਦਾ ਤਾਂ ਆਨਸਰ ਆਏਗਾ 75 और 75 ਨੂੰ ਦੇਖੋ ਕੀ ਇਹ 3 ਤੇ ਜਾਂਦਾ 7 + 5 12 12 3 ਦੇ ਪਹਾੜੇ ਤੇ ਜਾਂਦਾ ਤਾਂ ਇਟ ਮੀਨਸ 75 ਵੀ 3 ਤੇ ਡਿਵੀਜ਼ੀਬਲ ਹੈ 75 ਨੂੰ ਮੈਂ 3 ਨਾਲ ਭਾਗ ਕੀਤਾ ਆਨਸਰ ਆਏਗਾ 25 और 25 ਨੂੰ ਮੈਂ ਡਿਵਾਈਡ ਕਰੂੰਗਾ 5 ਨਾਲ 5 और 5 ਆ 25 and then 5 is divisible by 5 so 5 ones are 5 ਤਾਂ 3600 ਨੂੰ मैं लिख सकता 3600 किस दे बराबर है 2 × 2 × 2 × 2 4 बारी 2 आया गुणा 3 × 3 2 बारी 3 आया फिर गुणा 5 × 5 2 बारी 5 आया साढ़े को 5 × 5 तो अपन देख सकते 2 दूनी 4 4 दूनी 8 8 दूनी 16 16 3 48 48 5 240 240 5 1200 1200 3 3600 सो मल्टीप्लाई करके 3600 इस दे बराबर आ गया हुन इस ਨੂੰ ਅਸੀਂ ਕੀ ਕਰਦੇ ਹਾਂ ਕਨਵਰਟ ਕਰ ਦਿੰਦੇ ਹਾਂ ਕਿਸ ਦੇ ਵਿੱਚ ਅਭਾਜ ਗੁਣਨਖੰਡ ਦੇ ਘਾਤ ਅੰਕ ਦੇ ਰੂਪ ਵਿੱਚ ਪਹਿਲੀ ਗੱਲ ਘਾਤ ਅੰਕ ਦਾ ਰੂਪ 2 ਕਿੰਨੀ ਵਾਰੀ ਆਇਆ 4 ਵਾਰੀ ਗੁਣਾ ਦੇ ਵਿੱਚ ਤਾਂ 2 ਦੀ ਪਾਵਰ ਕੀ ਬਣ ਗਿਆ 4 ਮਲਟੀਪਲਾਈ ਬਾਈ 3 ਕਿੰਨੀ ਵਾਰੀ ਆਇਆ 2 ਵਾਰੀ ਤਾਂ 3 ਦੀ ਪਾਵਰ ਬਣ ਗਈ 2 ਮਲਟੀਪਲਾਈ ਬਾਈ 5 ਕਿੰਨੀ ਵਾਰੀ ਆਇਆ 2 ਵਾਰੀ ਤਾਂ 5 ਦੀ ਪਾਵਰ ਕੀ ਬਣ ਗਈ 2 ਸੋ ਇਹ ਸਾਡਾ ਕੀ ਬਣ ਗਿਆ ਆਨਸਰ आई थिंक बड़े सिंपल क्वेश्चन है और एग्जाम ਦੇ ਵਿੱਚ ਆਉਣ ਵਾਲੇ क्वेश्चंस ਨੇ ਈਜ਼ੀ ਹੈ और ਸਮਝਣ ਵਾਲੇ ਹੈ ਕਨਸੈਪਟ ਕਲੀਅਰ ਕਰਨ ਵਾਲੇ और एग्जाम ਦੇ ਵਿੱਚ ਆਉਣ ਵਾਲੇ ਸਕੋਰਿੰਗ क्वेश्चंस ਹੈ ਸੋ ਇਹਨਾਂ क्वेश्चंस ਨੂੰ ਧਿਆਨ ਨਾਲ ਕਰੋ ਇਸ ਤੋਂ ਬਾਅਦ ਅਸੀਂ ਕਰਦੇ ਹਾਂ क्वेश्चन नंबर 6 क्वेश्चन नंबर 6 एक्सरसाइज 13.1 ਦਾ
उस सिंपल है, सरल करो। क्वेश्चन नंबर 6 की लिखा हुआ है सरल करो। असी की करना है, सरल करना है और आंसर लभ के दे देना की है। पहला पार्ट 2 गुणा 10 की पावर 3। देखो पिछले क्वेश्चन च साडे कोले एक नंबर दिता होया सी, उसनू असी ऐसी फॉर्म च कन्वर्ट किया सीगा। हुण ਇਹ फॉर्म ਦਿੱਤੀ ਹੋਈ है, इस ਨੂੰ ਅਸੀਂ नंबर ਦੇ ਵਿੱਚ ਕਨਵਰਟ ਕਰਨਾ ਹੈ। ਤਾਂ ਇਹ ਬੜਾ ਸਿੰਪਲ ਕੁਐਸਚਨ ਹੈ। ਤਾਂ ਇਸ ਨੂੰ ਮੈਂ ਕੀ ਲਿਖ ਸਕਦਾ, ਇਹ ਕਿਹਦੇ ਬਰਾਬਰ ਹੈ? ਦੇਖੋ 2 ਦੀ ਜਗ੍ਹਾ ਤੇ ਮੈਂ ਲਿਖੂੰਗਾ 2, क्योंकि 2 ਕੱਲਾ ਹੀ ਹੈ, 2 ਦੀ ਪਾਵਰ 1 ਹੈ ਜਾਂ ਕੁਝ ਵੀ ਨਹੀਂ ਹੈ। 2 ਜੇ ਕੁਝ ਵੀ ਨਾ ਹੋਵੇ ਤਾਂ 2 ਦੀ ਪਾਵਰ 1 ਗਿਣੀ ਜਾਂਦੀ ਹੈ। ਤਾਂ ਮਲਟੀਪਲਾਈ ਬਾय 10 ਦੀ ਪਾਵਰ 3 ਨੂੰ ਮੈਂ ਕੀ ਲਿਖ ਸਕਦਾ? ਇਹਨੂੰ ਮੈਂ ਲਿਖ ਸਕਦਾ 10 ਗੁਣਾ 10 ਗੁਣਾ 10। ਜਿਵੇਂ ਆਪਾਂ ਲਿਖਦੇ ਸੀ ਨਾ 2 ਗੁਣਾ 2 ਗੁਣਾ 2, ਇਹਨੂੰ ਮੈਂ 2 ਦੀ ਪਾਵਰ 3 ਲਿਖ ਦਿੰਦਾ ਸੀਗਾ। ਐਵੇਂ 10 2 ਦੀ ਪਾਵਰ 3 ਨੂੰ ਕੀ ਲਿਖ ਸਕਦੇ ਆ? 2 ਗੁਣਾ 2 ਗੁਣਾ 2। ਐਵੇਂ 10 ਦੀ ਪਾਵਰ 3 ਨੂੰ ਕੀ ਲਿਖ ਸਕਦੇ ਆ? 10 ਆਪਸ ਵਿੱਚ 3 ਵਾਰੀ गुणा हो गया। तो 2 गुणा 10 की पावर 3 बराबर है 2 गुणा 10 गुणा 10 गुणा 10। तो हम मल्टीप्लाई कर दो, 2 गुणा 10 20 गुणा 10 200, 200 गुणा 10 2000। ये साडा की आ गया आंसर। हुण जेकर 2000 के प्राइम फैक्टर्स बनाऊंगा मैं, तो उस तो बाद जेकर उन्होंने असीं लिखांगे अभाज्य गुणनखंड दे घात अंक दे रूप च लिखांगे तो आंसर साडा ए आ जाएगा। इस तो ए बन गया और इस तो ए बन सकता है। ਆਪਾਂ ਸੈਕਿੰਡ ਪਾਰਟ ਇੱਕ ਹੋਰ ਕਰਦੇ ਹਾਂ ਇਸ ਕੁਐਸਚਨ ਨੂੰ, ਇਸ ਕਨਸੈਪਟ ਨੂੰ ਹੋਰ ਕਲੀਅਰ ਕਰਨ ਵਾਸਤੇ। ਸੈਕਿੰਡ ਕੀ ਹੈ ਪਾਰਟ 7 ਦੀ ਸਕੁਆਇਰ ਮਲਟੀਪਲਾਈ ਬਾਈ 2 ਦਾ ਸਕੁਆਇਰ। 7 ਦਾ ਸਕੁਆਇਰ ਮਲਟੀਪਲਾਈ ਬਾਈ 2 ਦਾ ਸਕੁਆਇਰ। ਤਾਂ ਇਸ ਨੂੰ ਕਿਵੇਂ ਲਿਖ ਸਕਦੇ ਹਾਂ ਅਸੀਂ? 7 ਦਾ ਸਕੁਆਇਰ ਇਹ ਹੁੰਦਾ 7 ਮਲਟੀਪਲਾਈ ਬਾਈ 7। then ਵਿਚਕਾਰ ਕੀ ਹੈ? ਮਲਟੀਪਲਾਈ 2 ਦਾ ਸਕੁਆਇਰ ਕੀ ਹੁੰਦਾ ਹੈ? 2 ਮਲਟੀਪਲਾਈ ਬਾਈ 2। ਤਾਂ 7 ਦਾ ਸਕੁਆਇਰ ਮਲਟੀਪਲਾਈ ਬਾਈ 2 ਦਾ ਸਕੁਆਇਰ, ਇਸ ਨੂੰ ਲਿਖਿਆ ਜਾ ਸਕਦਾ 7 into 7 ਮਲਟੀਪਲਾਈ ਬਾਈ 2 into 2। ਸੋ ਮਲਟੀਪਲਾਈ ਕਰਨਾ ਹੈ 7 ਤੋਂ 7 49, 49 ਨੂੰ 2 ਨਾਲ ਗੁਣਾ ਕਰੂੰਗਾ ਤਾਂ ਇਹ ਆਏਗਾ 98, और 98 ਨੂੰ ਜੇਕਰ ਮੈਂ 2 ਨਾਲ ਗੁਣਾ ਕਰੂੰਗਾ ਤਾਂ ਆਨਸਰ ਕਿੰਨਾ ਆਏਗਾ? 196। ਇਹ ਸਾਡਾ आंसर है। सो इन्ने सिंपल क्वेश्चंस हैं और स्कोरिंग क्वेश्चन है, एग्जाम दे विच आने वाले क्वेश्चन है। नेक्स्ट है थर्ड पार्ट 2 दी पावर 3 गुणा 5। थर्ड पार्ट की है 2 दी पावर 3 गुणा 5। तो 2 दी पावर 3 गुणा 5 मतलब 2 दी पावर 3 ਨੂੰ मैं लिख सकता 2 गुणा 2 गुणा 2। 3 बार लिख सकते हैं दोनों आपस में मल्टीप्लाई करके। फिर विचकार साइन है मल्टीप्लाई का, इत्थे की है 5। तो इसको ਅਸੀਂ ਸੋਲਵ ਕਰਦੇ ਹਾਂ। 2 दूनी 4, 4 दूनी 8, 8 5 40। 2 ਦੀ ਪਾਵਰ 3 मतलब 8 गुणा 5 40 ਸਾਡੇ ਕੋਲੇ ਆਨਸਰ ਆ ਗਿਆ। 2 ਦੀ ਪਾਵਰ 3 ਨੂੰ ਮੈਂ ਲਿਖਿਆ 2 गुणा 2 गुणा 2 फिर गुणा 5। 2 दूनी 4, 4 दूनी 8, 8 5 40। ਇਹ ਸਾਡੇ ਕੋਲੇ ਆ ਗਿਆ थर्ड पार्ट। और इस तो बाद ਅਸੀਂ ਕਰਦੇ ਹਾਂ पार्ट नंबर 4 जो है 3 गुणा 4 की पावर 4। 3 गुणा 4 की पावर 4 ये किस तरह होएगा? सिंपल उवें ही 3 की थां ते 3 आ जाएगा, गुणा 4 की पावर 4 मतलब 4 नूं आपस दे विच ही 4 नाल गुणा करता 4 वारी। 4 की पावर 4 मतलब 4 नूं 4 दे नाल ही 4 वारी गुणा करता। 4 गुणा 4 गुणा 4 गुणा 4। तां हुण इस दा असीं हल कढांगे। 3 चौके 12, 3 गुणा 4 कितना होता है? 12, 12 चौका 48। 48 ਨੂੰ ਜੇਕਰ मैं 4 ਨਾਲ गुणा करदा ਤਾਂ 48 दूनी 96, 96 दूनी 192। और 192 ਨੂੰ ਜੇਕਰ मैं 4 ਨਾਲ गुणा करदा, ਆਪਾਂ ਕਰਕੇ ਦੇਖ ਲੈਂਦੇ ਹਾਂ। 192 ਨੂੰ 4 ਨਾਲ गुणा 4 दूनी 8, 9 चौका 36, 4 एकम 4 3 7, 768। तो ਸਾਡੇ ਕੋਲ ਕਿੰਨਾ ਆਨਸਰ ਆਇਆ? 768। सो 3 गुणा 4 गुणा 4 गुणा 4 गुणा 4 मल्टीप्लाई किया। 3 चौके 12, 12 चौका 48, 48 चौका 192 और 192 ਨੂੰ ਅਸੀਂ 4 ਨਾਲ ਗੁਣਾ ਕੀਤਾ ਤਾਂ ਇਹ ਆਇਆ 768। ਇਹ ਸਾਡਾ ਕੀ ਆ ਗਿਆ? ਆਨਸਰ ਆ ਗਿਆ। ਦੈਨ ਇਸ ਤੋਂ ਬਾਅਦ 5th ਪਾर्ट थोड़ा देखने वाला पार्ट है।
ये समझण वाला पार्ट भी है। और इस मैं तुहानू एक छोटा जिहा कॉन्सैप्ट होर क्लीयर करवाऊंगा। 0 मल्टीप्लाई बाय 10 ਦੀ ਪਾਵਰ 2। देखो ਜਿਹੜੇ ਬੱਚਿਆਂ ਨੂੰ ਪਤਾ ਹੈ ਕਿ ਜੇਕਰ ਅਸੀਂ ਕਿਸੇ ਵੀ ਨੰਬਰ ਨੂੰ 0 ਨਾਲ ਮਲਟੀਪਲਾਈ ਕਰਦੇ ਆ ਤਾਂ ਆਨਸਰ 0 ਆ ਜਾਂਦਾ, ਤਾਂ ਇਹਦਾ ਆਨਸਰ ਡਾਇਰੈਕਟਲੀ 0 ਲਿਖ ਦਿੰਦੇ ਨੇ ਬੱਚੇ। ਕਨਸੈਪਟ ਕੀ ਹੈ, 0 ਨੂੰ ਗੁਣਾ ਕੀਤਾ 10 ਦੀ ਪਾਵਰ 2 ਕੀ ਹੁੰਦੀ ਹੈ, 10 ਗੁਣਾ 10। ਤਾਂ 0 ਗੁਣਾ 10 ਕਿੰਨਾ ਹੁੰਦਾ, 0। और 0 ਤੋਂ ਬਾਅਦ ਫਿਰ 10 ਨਾਲ ਗੁਣਾ ਕੀਤਾ ਤਾਂ ਆਨਸਰ ਸਾਡੇ ਕੋਲ ਕੀ ਆਏਗਾ, 0। ਤਾਂ 0 ਗੁਣਾ 10 ਦੀ ਪਾਵਰ 2 ਇਹ ਕੀ ਆ ਗਿਆ, 0। ਤਾਂ ਮਤਲਬ ਕਦੇ ਵੀ ਅਸੀਂ ਕਿਸੇ ਵੀ ਨੰਬਰ ਨੂੰ ਵੱਡੀ ਤੋਂ ਵੱਡੀ ਸੰਖਿਆ ਜਾਂ ਛੋਟੀ ਤੋਂ ਛੋਟੀ ਸੰਖਿਆ ਨੂੰ ਜੇਕਰ 0 ਨਾਲ ਮਲਟੀਪਲਾਈ ਕਰ ਦਿੰਨੇ ਆ ਤਾਂ ਆਨਸਰ ਕਿੰਨਾ ਆਉਂਦਾ ਸਾਡਾ, 0 ਆਉਂਦਾ। ਇਹ ਸਾਨੂੰ ਯਾਦ ਰੱਖਣਾ, ਇੱਥੇ 0 ਮਲਟੀਪਲੀਕੇਸ਼ਨ ਸਾਡਾ ਆਨਸਰ ਕੀ ਆ ਗਿਆ, 0। ਇਸ ਤੋਂ ਨੈਕਸਟ ਜਿਹੜਾ ਹੈ ਅਗਲਾ 5 ਦੀ ਪਾਵਰ 2 ਗੁਣਾ 3 ਦੀ ਪਾਵਰ 3। 5 ਦੀ ਪਾਵਰ 2 ਗੁਣਾ 3 ਦੀ ਪਾਵਰ 3। ਜਿਹੜਾ ਮੈਂ ਤੁਹਾਨੂੰ ਲਾਸਟ ਕੁਐਸਚਨ ਕਰਵਾਇਆ ਸੀ 0 ਗੁਣਾ 10 ਦੀ ਪਾਵਰ 2, ਇਸ ਨੂੰ ਮੈਂ ਹਲੇ ਰੋਕ ਰਿਹਾ, ਮੈਂ ਇਸ ਤੇ ਆ ਰਿਹਾ 0 ਗੁਣਾ 10 ਦੀ ਪਾਵਰ 2। ਇੱਥੇ ਅਸੀਂ ਆਨਸਰ ਕੱਢਿਆ ਸੀ 0, ਤੁਹਾਨੂੰ ਯਾਦ ਹੋਵੇਗਾ ਹੁਣੀ ਜਸਟ ਲਾਸਟ ਪਾਰਟ ਦੇ ਵਿੱਚ। ਇਸ ਕੁਐਸਚਨ ਨੂੰ ਜੇਕਰ ਅਸੀਂ ਕੰਪੀਟੀਟਿਵ ਐਗਜ਼ਾਮ ਦੇ ਪੁਆਇੰਟ ਆਫ View ਨਾਲ ਦੇਖਦੇ ਹਾਂ ਤਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਪੈਸ ਦੇ ਅਕੋਰਡਿੰਗ ਜਾਂ ਨੈਸ ਦੇ ਅਕੋਰਡਿੰਗ ਐਸਾ ਕੁਐਸਚਨ ਪੇਪਰ ਦੇ ਵਿੱਚ ਪਾ ਦਿੰਦੇ ਔਰ ਸਾਡੇ ਕੋਲੇ 4 ਆਪਸ਼ਨ ਸਾਨੂੰ ਦੇ ਦਿੰਦੇ ਨੇ। ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਆਪਣੀ ਐਗਜ਼ਾਮਪਲ ਦੇਣਾ। ਮੈਨੂੰ ਇੱਕ ਵਾਰੀ ਜਦੋਂ ਮੈਂ ਟੈਟ ਦਾ ਐਗਜ਼ਾਮ ਦਿੱਤਾ ਉਸ ਦੇ ਵਿੱਚ ਇੱਕ ਕੁਐਸਚਨ ਆਇਆ ਕਿ ਜੇਕਰ ਟੈਲੀਫੋਨ ਦੇ ਉੱਪਰ ਜਿੰਨੇ ਵੀ ਡਿਜਿਟਸ ਨੇ ਉਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰ ਦਈਏ ਤਾਂ ਕੀ ਆਨਸਰ ਆਏਗਾ। क्वेश्चन की सी है थोड़ा हम क्वेश्चन पैस दे या नैस दे अकॉर्डिंग क्वेश्चन बना रहे हैं मैं कि जेकर टेलीफोन या मोबाइल दे ऊपर जिन्ने भी डिजिट्स ने ਉਹਨਾਂ ਨੂੰ ਅਸੀਂ ਆਪਸ ਵਿੱਚ ਮਲਟੀਪਲਾਈ ਕਰ ਦਈਏ ਤਾਂ ਕੀ ਆਨਸਰ ਆਏਗਾ। ਤਾਂ ਟੈਲੀਫੋਨ ਦੇ ਉੱਪਰ ਡਿਜਿਟਸ ਕਿਹੜੇ ਕਿਹੜੇ ਹੁੰਦੇ ਆ, 1 2 3 4 5 6 7 8 9 और 0, 10 ਨਹੀਂ ਹੁੰਦਾ। ਤਾਂ ਉਹਨਾਂ ਨੇ ਕੀ ਕਿਹਾ ਸੀ, ਜੇਕਰ ਮੋਬਾਈਲ ਜਾਂ ਟੈਲੀਫੋਨ ਦੇ ਡਿਜਿਟਸ ਨੂੰ ਆਪਸ ਵਿੱਚ ਮਲਟੀਪਲਾਈ ਕਰ ਦਈਏ ਤਾਂ ਆਨਸਰ ਕੀ ਆਏਗਾ। ਬਹੁਤੇ ਬੱਚੇ ਕੀ ਕਰਨ ਲੱਗੇ ਪੇਪਰ 'ਚ ਬੈਠ ਕੇ 1 ਨੂੰ 2 ਨਾਲ ਗੁਣਾ ਕਰਤਾ, ਫਿਰ 2 ਨੂੰ 3 ਨਾਲ ਗੁਣਾ ਕਰਤਾ, ਫਿਰ 3 ਨੂੰ 4 ਨਾਲ ਗੁਣਾ ਕਰਤਾ, ਐਵੇਂ ਗੁਣਾ ਕਰਦੇ ਰਹੇ ਔਰ 5 ਮਿੰਟ ਖਰਾਬ ਕਰ ਗਏ। ਜਦ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਦੋਂ ਅਸੀਂ ਇਹਨਾਂ ਨੂੰ ਆਪਸ 'ਚ ਗੁਣਾ ਕਰਾਂਗੇ ਤਾਂ ਜਿਹੜੀ ਮਰਜ਼ੀ ਸੰਖਿਆ ਬਣ ਜਾਵੇ, ਜਦੋਂ ਉਹ ਸੰਖਿਆ ਇਹ ਆਪਸ 'ਚ ਗੁਣਾ ਹੋ ਕੇ ਐਂਡ ਤੇ ਮਲਟੀਪਲਾਈ ਬਾਈ 0 ਹੋਏਗੀ ਤਾਂ ਆਨਸਰ ਕੀ ਹੋ ਜਾਏਗਾ, 0। ਤਾਂ ਇਸੇ ਤਰ੍ਹਾਂ 0 ਨੂੰ ਕਿਸੇ ਨੰਬਰ ਨਾਲ ਵੀ ਮਲਟੀਪਲਾਈ ਕਰਾਂਗੇ ਆਨਸਰ ਕੀ ਆ ਜਾਏਗਾ, 0। ਸੋ ਪੈਸ ਦੇ ਪੁਆਇੰਟ ਆਫ View ਨਾਲ ਤੁਹਾਨੂੰ ਮੈਂ ਇੱਕ ਕੁਐਸਚਨ ਕਲੀਅਰ ਕਰਵਾਤਾ ਕਿ ਜੇਕਰ ਤੁਹਾਨੂੰ ਮਲਟੀਪਲੀਕੇਸ਼ਨ ਦਿੱਤੀ ਹੋਈ ਹੈ ਔਰ ਉਸ ਮਲਟੀਪਲੀਕੇਸ਼ਨ ਦੇ ਵਿੱਚ ਇੱਕ 0 ਨਾਲ ਲਗਾਈ ਹੋਈ ਹੈ ਗੁਣਾ ਦੇ ਵਿੱਚ ਤਾਂ ਸਾਰਾ ਗੁਣਾ ਕਰਕੇ ਆਨਸਰ ਸਾਡੇ ਕੋਲ ਕੀ ਆ ਜਾਂਦਾ ਹੈ, 0। ਸੋ this question is important from maths point of view। ਅਗਲਾ ਪਾਰਟ ਜੋ ਆਪਾਂ ਕਰ ਰਹੇ ਸੀ 5 ਦੀ ਪਾਵਰ 2 ਮਲਟੀਪਲਾਈ ਬਾਈ 3 ਦੀ ਪਾਵਰ 3। ਇਸ ਨੂੰ ਅਸੀਂ ਕੀ ਕਰ ਸਕਦੇ ਹਾਂ, 5 ਗੁਣਾ 5 ਲਿਖ ਸਕਦੇ ਹਾਂ ਗੁਣਾ 3 ਦੀ ਪਾਵਰ 3 मतलब 3 ਗੁਣਾ 3 ਗੁਣਾ 3। ਤਾਂ ਇਹ ਬਣਿਆ 5 ਨੂੰ 5 ਸੋਰੀ ਆਪਾਂ ਸਿੱਧਾ ਡਾਇਰੈਕਟਲੀ ਆਨਸਰ ਲਿਖਣਾ ਤਾਂ 5 ਨੂੰ 5 25 25 ਤੀਆ 75 75 ਨੂੰ ਮੈਂ 3 ਨਾਲ ਗੁਣਾ ਕਰੂੰਗਾ ਤਾਂ ਇਹ ਬਣੇਗਾ 225 ਔਰ 225 ਨੂੰ ਮੈਂ ਜੇਕਰ 3 ਨਾਲ ਗੁਣਾ ਕਰੂੰਗਾ ਤਾਂ ਇਹ ਆਨਸਰ ਆਏਗਾ 675। ਸਾਡੇ ਕੋਲੇ ਆਨਸਰ ਆਏਗਾ, ਦੇਖੋ ਤੁਸੀਂ ਕਰਕੇ ਦੇਖ ਸਕਦੇ ਹੋ। 5 5 25 25 ਤੀਆ 75 75 ਨੂੰ 3 ਤੀਆ 9 ਨਾਲ ਗੁਣਾ ਕਰ ਲੈਣਾ ਮੈਂ, 9 5 45 9 7 63 ਤੇ 4 67। ਦੇਖੋ ਕਿੰਨਾ ਆਨਸਰ ਆਇਆ, 675। ਸੋ ਇਸ ਨੂੰ ਅਸੀਂ ਸੋਲਵ ਕਰਕੇ ਕੀ ਲਿਖਦੇ ਨੇ, 675 ਐਜ਼ ਆਨਸਰ ਲਿਖਦੇ ਨੇ। ਔਰ ਇਸ ਤੋਂ ਨੈਕਸਟ ਹੈ ਸਾਡੇ ਕੋਲੇ 2 ਦੀ ਪਾਵਰ 4 ਗੁਣਾ 3 ਦੀ ਪਾਵਰ 2। 7th ਪਾਰਟ ਹੈ 2 ਦੀ ਪਾਵਰ 4 ਗੁਣਾ 3 ਦੀ ਪਾਵਰ 2। ਤਾਂ ਇਸ ਨੂੰ ਅਸੀਂ ਕੀ ਲਿਖ ਸਕਦੇ ਹਾਂ, 2 ਦੀ ਪਾਵਰ 4 ਹੈ ਤਾਂ 2 ਨੂੰ ਆਪਸ ਵਿੱਚ 4 ਵਾਰੀ ਗੁਣਾ ਕਰਤਾ, ਫਿਰ ਗੁਣਾ ਦਾ ਸਾਈਨ ਹੈ। 3 ਦੀ ਪਾਵਰ 2 मतलब 3 ਗੁਣਾ 3 ਤਾਂ 2 दूनी 4 4 दूनी 8 8 दूनी 16 16 ਤੀਆ 48 48 ਤੀਆ ਇਹ ਕਿੰਨਾ ਆ ਗਿਆ, 144। 48 ਨੂੰ ਤੁਸੀਂ 3 ਨਾਲ ਗੁਣਾ ਕਰੋਗੇ 8 ਤੀਆ 24 4 ਤੀਆ 12 ਤੇ 2 14। ਸਾਡੇ ਕੋਲ ਕੀ ਆ ਗਿਆ, 144 ਐਜ਼ ਆਨਸਰ ਆ ਗਿਆ। सो ये क्वेश्चंस बहुत आसान क्वेश्चंस है। और लास्ट पार्ट
क्वेश्चन नंबर 6 था 3 ਦੀ ਪਾਵਰ 2 into 10 ਦੀ ਪਾਵਰ 4 3 ਦੀ ਪਾਵਰ 2 into 10 ਦੀ ਪਾਵਰ 4 ਇਹ ਸਾਡਾ ਹੈ 8 ਪਾਰਟ into 10 ਦੀ ਪਾਵਰ 4 ਕਿਵੇਂ ਲਿਖ ਸਕਦੇ ਹਾਂ 3 ਦੀ ਪਾਵਰ 2 ਨੂੰ 3 ਗੁਣਾ 3 ਫਿਰ ਗੁਣਾ 10 ਦੀ ਪਾਵਰ 4 मतलब 10 गुना 10 गुना 10 गुना 10 इस तरह लिखा जा सकता है सो 3 तिया 9 ਤੁਹਾਨੂੰ ਸਮਝਾਉਣ ਲਈ ਹੈ 3 तिया 9 ਨਾਲ 4 ਵਾਰੀ 10 ਗੁਣਾ ਚ ਹੈ ਤਾਂ ਆਪਾਂ 4 ਜ਼ੀਰੋ ਲਗਾ ਸਕਦੇ ਹਾਂ ਤਾਂ 90000 ਸਾਡਾ ਆਨਸਰ ਆ ਜਾਏਗਾ ਦੇਖੋ ਅਗਰ ਸਿੰਪਲੀ ਮੈਂ ਗੱਲ ਕਰਾਂ 3 तिया 9 9 गुना 10 90 90 गुना 10 900 900 गुना 10 9000 9000 गुना 10 तो साढ़े कोल की आ गया 90000 तो 3 ਦੀ ਪਾਵਰ 2 गुना 10 ਦੀ ਪਾਵਰ 4 इट इज इक्वल टू 90000 सो बेटा इसको नेक्स्ट ਅਸੀਂ क्वेश्चन करते हैं एक्सरसाइज 13.1 ਦਾ क्वेश्चन नंबर 7 क्वेश्चन नंबर 7 एक्सरसाइज 13.1 ਦਾ ਇਹ ਵੀ ਕੀ ਹੈ सरल करो सरल करो सानू स्टेटमेंट दी हुई है फर्स्ट पार्ट एक रकम सानू दी हुई है -4 दी पावर 3 ਹੁਣ ਇਸ ਨੂੰ ਸੋਲਵ ਕਰਨ ਲਈ ਪਹਿਲਾਂ ਅਸੀਂ ਉਸੇ ਤਰ੍ਹਾਂ ਲਿਖਾਂਗੇ ਕਿਵੇਂ -4 ਦੀ ਪਾਵਰ 3 ਮੀਨਸ -4 ਮਲਟੀਪਲਾਈ ਬਾਈ -4 ਮਲਟੀਪਲਾਈ ਬਾਈ -4 ਇਸ ਨੂੰ ਅਸੀਂ ਇਸ ਤਰ੍ਹਾਂ ਨਹੀਂ ਲਿਖ ਸਕਦੇ ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਇੱਕ ਆ ਮਲਟੀਪਲਾਈ ਦਾ ਸਾਈਨ ਔਰ ਇੱਕ ਮਾਈਨਸ ਦਾ ਸਾਈਨ ਦੋ ਸਾਈਨ ਇਕੱਠੇ ਹੋ ਜਾਂਦੇ ਨੇ ਸੋ ਇਸ ਕਰਕੇ ਅਸੀਂ ਇਸ ਨੂੰ ਲਿਖਾਂਗੇ -4 ਇੱਕ ਬ੍ਰੈਕਟ ਦੇ ਵਿੱਚ ਮਲਟੀਪਲਾਈ ਬਾਈ ਅਗਲਾ -4 ਇਹ ਵੀ ਬ੍ਰੈਕਟ ਦੇ ਵਿੱਚ ਔਰ ਮਲਟੀਪਲਾਈ ਬਾਈ ਅਗਲਾ -4 ਇਹ ਵੀ ਬ੍ਰੈਕਟ ਦੇ ਵਿੱਚ ਤਾਂ ਅਸੀਂ ਹੁਣ ਇਸ ਦਾ ਸੋਲੂਸ਼ਨ ਕੱਢਦੇ ਹਾਂ ਤਾਂ 4 into 4 ਪਹਿਲੀ ਗੱਲ ਅਸੀਂ ਜਿਹੜੇ ਨੰਬਰਸ ਨੇ ਇਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰਾਂਗੇ 4 into 4 ਚੌਕਮ ਚੌਕੇ 16 16 ਚੌਕੇ 64 ਇੱਥੇ ਆ ਗਿਆ 64 ਦੈਨ ਸਾਡੇ ਕੋਲ ਕੀ ਬਚਿਆ ਮਾਈਨਸ ਮਾਈਨਸ ਤੇ ਮਾਈਨਸ ਤਿੰਨ ਮਾਈਨਸ ਨੇ ਹੁਣ ਇਸ ਦਾ ਆਨਸਰ ਕੀ ਆਏਗਾ ਦੇਖੋ ਤਿੰਨ ਮਾਈਨਸ ਨੇ ਆਪਸ ਦੇ ਵਿੱਚ ਗੁਣਾ ਦੇ ਵਿੱਚ ਨੇ ਜਦੋਂ ਮਾਈਨਸ ਨੂੰ ਮੈਂ ਮਾਈਨਸ ਨਾਲ ਗੁਣਾ ਕਰਦਾ ਤਾਂ ਇਹ ਬਣ ਜਾਂਦਾ ਹੈ ਪਲੱਸ और प्लस ਨੂੰ ਜਦੋਂ ਮੈਂ ਦੁਬਾਰਾ ਮਾਈਨਸ ਨਾਲ ਗੁਣਾ ਕਰੂੰਗਾ ਤਾਂ ਆਨਸਰ ਕੀ ਆਏਗਾ ਮਾਈਨਸ ਤਾਂ ਆਨਸਰ ਅਸੀਂ ਲੈ ਆਵਾਂਗੇ -64 ਸਾਡਾ ਆਨਸਰ ਮਾਈਨਸ ਦਾ ਇੱਕ ਤੁਹਾਨੂੰ ਮੈਂ ਰੂਲ ਕਰਵਾ ਦਵਾਂ ਜਦੋਂ ਮਲਟੀਪਲੀਕੇਸ਼ਨ ਦੇ ਵਿੱਚ ਇੱਕ ਨੰਬਰ ਹੈ ਮਾਈਨਸ ਵਾਲਾ ਜਿਵੇਂ ਕਿ -2 ਮਲਟੀਪਲਾਈ ਬਾਈ 2 ਤਾਂ ਪਹਿਲੀ ਗੱਲ ਮੈਂ ਨੰਬਰਸ ਨੂੰ ਆਪਸ ਵਿੱਚ ਮਲਟੀਪਲਾਈ ਕਰਦਾ 2 2 ਜਾ 4 ਮਾਈਨਸ ਕਿੰਨੇ ਹੈ ਇੱਕੋ ਹੀ ਹੈ ਤਾਂ ਅਸੀਂ ਲਿਖਾਂਗੇ ਮਾਈਨਸ -1 ਸੀਗਾ ਹੁਣ ਮਾਈਨਸ ਮੈਂ 2 ਲੈ ਆਂਦਾ ਦੇਖੋ -2 ਮਲਟੀਪਲਾਈ ਬਾਈ -2 ਤਾਂ 2 दूनी 4 ਤੇ ਮਾਈਨਸ ਗੁਣਾ ਮਾਈਨਸ ਪਲੱਸ ਤਾਂ ਇਹ ਬਣ ਜਾਏਗਾ +4 3 ਮਾਈਨਸ ਲੈ ਆਣਾ ਮੈਂ -2 ਗੁਣਾ -2 ਗੁਣਾ -2 ਤਾਂ ਮਲਟੀਪਲਾਈ ਕਰ ਰਹੇ ਹਾਂ 2 दूनी 4 4 दूनी 8 माइनस गुणा माइनस प्लस प्लस गुणा माइनस माइनस और एक आप और एग्जांपल लेने मैं 4 नंबर ले आना माइनस वाले -2 मल्टीप्लाई बाय -2 मल्टीप्लाई बाय -2 मल्टीप्लाई बाय -2 पहले सारे में ब्रैकेट्स लगावांगे देखो ये भी आपने गलती की है ब्रैकेट ਦੇ ਵਿੱਚ नंबर्स ਲੈਣੇ ਸੀ ਤਾਂ 2 दूनी 4 4 दूनी 8 8 दूनी 16 माइनस कितनी बार है 1 2 3 4 माइनस गुणा माइनस प्लस प्लस गुणा माइनस माइनस और माइनस गुणा माइनस प्लस ये बन जाएगा प्लस तो ਤੁਹਾਨੂੰ ਇੱਕ ਇਥੋਂ ਦੀ ਇੱਕ ਪੈਟਰਨ ਨਜ਼ਰ ਆਏਗਾ ਬਣਦਾ ਹੋਇਆ ਜਦੋਂ ਇੱਕ ਮਾਈਨਸ ਸੀ ਦੋਨਾਂ ਦੇ ਵਿੱਚੋਂ ਇੱਕ ਤੇ ਮਾਈਨਸ ਸੀ ਤਾਂ ਆਨਸਰ ਸਾਡਾ ਕਿਹਦੇ ਵਿੱਚ ਆਇਆ ਮਾਈਨਸ ਦੇ ਵਿੱਚ ਜਦੋਂ ਦੋ ਮਾਈਨਸ ਆ ਗਏ ਸਾਡਾ ਆਨਸਰ ਕਿਸ ਚ ਆਇਆ ਪਲੱਸ ਦੇ ਵਿੱਚ ਜਦੋਂ ਤਿੰਨ ਮਾਈਨਸ ਆਏ ਸੀ ਤਾਂ ਸਾਡਾ ਆਨਸਰ ਕਿਸ ਦੇ ਵਿੱਚ ਆਇਆ ਮਾਈਨਸ ਦੇ ਵਿੱਚ ਜਦੋਂ 4 ਮਾਈਨਸ ਆਏ ਹੈ ਤਾਂ ਸਾਡਾ ਆਨਸਰ ਕਿਸ ਚ ਆਇਆ ਪਲੱਸ ਦੇ ਵਿੱਚ ਐਵੇਂ ਜਦੋਂ 5 ਮਾਈਨਸ ਆਣਗੇ ਤਾਂ ਸਾਡਾ ਆਨਸਰ ਆਏਗਾ ਮਾਈਨਸ ਦੇ ਵਿੱਚ ਔਰ ਜਦੋਂ 6 ਮਾਈਨਸ ਆਣਗੇ ਤਾਂ ਸਾਡਾ ਆਨਸਰ ਆਏਗਾ ਪਲੱਸ ਦੇ ਵਿੱਚ ਤਾਂ ਇਟ ਮੀਨਸ ਇੱਕ ਸਿਸਟਮ ਬਣ ਗਿਆ ਕਿ ਜਦੋਂ ਟਾਂਕ ਸੰਖਿਆਵਾਂ ਹੋਣਗੀਆਂ ਮਾਈਨਸ ਦੀਆਂ ਤਾਂ ਆਨਸਰ ਆਏਗਾ ਮਾਈਨਸ ਚ ਮਲਟੀਪਲਾਈ ਕਰਨ ਮੇਰੇ ਔਰ ਜਦੋਂ ਜਿਸ ਸੰਖਿਆਵਾਂ ਹੋਣਗੀਆਂ 2 4 6 8 10 12 15 10 12 16 18 20 ਤਾਂ ਆਨਸਰ ਕੀ ਆਏਗਾ ਪਲੱਸ ਦੇ ਵਿੱਚ ਸੋ ਅਸੀਂ ਸਿੰਪਲੀ
ਇਹ ਨੰਬਰਸ ਨੂੰ ਆਪਸ ਵਿੱਚ ਮਲਟੀਪਲਾਈ ਕਰਕੇ ਐਂਡ ਤੇ ਇਹ ਦੇਖ ਲੈਣਾ ਕਿ ਮਾਈਨਸ ਕਿੰਨੀ ਵਾਰੀ ਆਇਆ ਹੋਇਆ। ਜੇਕਰ ਮਾਈਨਸ ਇੱਕ ਵਾਰੀ ਆਇਆ ਹੋਇਆ ਤਾਂ ਸੰਖਿਆ ਹੈ ਤਾਂ ਮਾਈਨਸ, ਜੇਕਰ ਜਿਸ ਸੰਖਿਆ ਦੀ ਫਾਰਮ ਚ ਆਇਆ 1 2 3 4 ਤਾਂ ਆਨਸਰ ਕਿਸ ਆਏਗਾ, ਅਸੀਂ ਪਲੱਸ ਬਣਾ ਕੇ ਨਾਲ ਲਗਾ ਦਾਂਗੇ। ਇੱਕ ਹੋਰ ਐਗਜ਼ਾਮਪਲ ਕਰਵਾਣਾ ਤੁਹਾਨੂੰ ਕਲੀਅਰ ਹੋ ਜਾਏਗਾ ਇਹ ਵਾਲਾ ਕਨਸੈਪਟ। ਸੈਕਿੰਡ ਪਾਰਟ ਹੈ ਸਾਡਾ क्वेश्चन नंबर 7 का सेकंड पार्ट है। ये है -3 मल्टीप्लाई बाय -2 दी पावर 3। ये साडा सानू स्टेटमेंट दी हुई है। तो ਅਸੀਂ ਕੀ ਕਰਾਂਗੇ, -3 ਦੀ ਜਗ੍ਹਾ ਤੇ -3 ਰੱਖਾਂਗੇ, ਮਲਟੀਪਲਾਈ ਬਾय -2 ਦੀ ਪਾਵਰ 3 ਤਾਂ -2 ਮਲਟੀਪਲਾਈ ਬਾय -2 ਮਲਟੀਪਲਾਈ ਬਾय -2, ਕਿਉਂਕਿ -2 ਨੂੰ ਮੈਂ 3 ਵਾਰੀ ਆਪਸ ਦੇ ਵਿੱਚ ਹੀ ਮਲਟੀਪਲਾਈ ਕਰਤਾ। ਤਾਂ ਹੁਣ ਇਸ ਨੂੰ ਸੋਲਵ ਕਰਨ ਵੇਲੇ ਪਹਿਲਾਂ ਜਿਹੜੇ ਆਹ ਡਿਜਿਟਸ ਨੇ ਜਾਂ ਨੰਬਰਸ ਨੇ ਇਹਨੂੰ ਅਸੀਂ ਆਪਸ ਵਿੱਚ ਮਲਟੀਪਲਾਈ ਕਰਾਂਗੇ। ਤਾਂ 3 ਦੂਣੀ 6, 6 ਦੂਣੀ 12, 12 ਦੂਣੀ 24, ਇੱਥੇ ਮੈਂ ਲਿਖ ਦੂੰਗਾ 24। ਉਸ ਤੋਂ ਬਾਅਦ ਮੈਂ ਕੀ ਕਰੂੰਗਾ, ਮਾਈਨਸ ਨੂੰ ਕਾਊਂਟ ਕਰੂੰਗਾ। ਤਾਂ 1 2 3 4, 4 ਵਾਰੀ ਮਾਈਨਸ ਆਇਆ ਜਿਹੜੀ ਕਿ ਜਿਸਤ ਸੰਖਿਆ ਹੈ, ਔਰ ਜਦੋਂ 4 ਵਾਰੀ ਮਾਈਨਸ ਆਉਂਦਾ ਹੈ ਤਾਂ ਮਲਟੀਪਲਾਈ ਹੋ ਕੇ ਆਪਸ ਵਿੱਚ ਆਨਸਰ ਕੀ ਬਣ ਜਾਂਦਾ ਹੈ, +24। ਇਹ ਸਾਡਾ ਆਨਸਰ ਕੀ ਹੈ, +24। ਤਾਂ ਮਾਈਨਸ ਗੁਣਾ ਮਾਈਨਸ ਪਲੱਸ, ਪਲੱਸ ਗੁਣਾ ਮਾਈਨਸ ਮਾਈਨਸ, ਮਾਈਨਸ ਗੁਣਾ ਮਾਈਨਸ ਪਲੱਸ, ਦੇਖੋ +24 ਸਾਡੇ ਕੋਲੇ ਆਨਸਰ ਆ ਗਿਆ। ਇਸ ਤੋਂ ਨੈਕਸਟ ਅਸੀਂ ਇੱਕ ਹੋਰ ਪਾਰਟ ਕਰ ਲੈਣਾ, ਥਰਡ ਪਾਰਟ। क्वेश्चन नंबर 7 का पार्ट नंबर 3 ये है -3 ਦਾ ਸਕੁਆਇਰ ਮਲਟੀਪਲਾਈ ਬਾय -5 ਦਾ ਸਕੁਆਇਰ। ਤਾਂ ਸਿੰਪਲ, ਬੜਾ ਸਿੰਪਲ क्वेश्चन है। तो -3 इंटू -3, क्योंकि -3 ਦਾ ਸਕੁਆਇਰ ਹੈ, ब्रैकेट ਚ ਲਵਾਂਗੇ ਅਸੀਂ -3 ਮਲਟੀਪਲਾਈ -3, then मल्टीप्लाई बाय -5 ਦਾ ਸਕੁਆਇਰ, -5 ਮਲਟੀਪਲਾਈ ਬਾय -5। ਤਾਂ ਹੁਣ ਸਿੰਪਲੀ ਅਸੀਂ ਨੰਬਰਸ ਨੂੰ ਆਪਸ ਵਿੱਚ ਮਲਟੀਪਲਾਈ ਕਰ ਦਾਂਗੇ। 3 3 9, 9 5 45, 3 3 9, 9 5 45, 45 ਨੂੰ ਮੈਂ 5 ਨਾਲ ਗੁਣਾ ਕਰੂੰਗਾ ਤਾਂ ਇਹ ਆ ਜਾਏਗਾ 225। 45 ਨੂੰ 5 ਨਾਲ ਗੁਣਾ ਕੀਤਾ ਆ ਗਿਆ 225। ਸਾਈਨ ਕਿਹੜਾ ਲੱਗੇਗਾ, ਮਾਈਨਸ ਕਾਊਂਟ ਕਰਦੇ ਆ, 1 2 3 ਤੇ 4 ਮਾਈਨਸ ਨੇ। ਸੰਖਿਆ ਕਿਹੜੀ ਹੈ, ਇਹ ਜਿਸਤ ਸੰਖਿਆ ਹੈ। ਜੇ ਜਿਸਤ ਸੰਖਿਆ ਹੈ ਤਾਂ ਸਾਡੇ ਕੋਲ ਆਨਸਰ ਕੀ ਆ ਜਾਏਗਾ, ਪਲੱਸ ਤੇ। ਸਾਡਾ ਆਨਸਰ ਆਇਆ +225। और इस नेक्स्ट अज दा अपना लास्ट पार्ट क्वेश्चन नंबर 7 दा फोर्थ पार्ट अज दा लास्ट क्वेश्चन होएगा। ये की है, -2 दी पावर 3 -2 दी घात 3 मल्टीप्लाई बाय -10 दी पावर 3। ਹੁਣ इसको सोल्व करने वाले बिल्कुल सिंपल है। -2 दी पावर 3 मैं 3 बार लिख लेना, -2 मल्टीप्लाई बाय -2 मल्टीप्लाई बाय -2, देन मल्टीप्लाई बाय -10 3 बारी है तो -10 मल्टीप्लाई बाय -10 मल्टीप्लाई बाय -10। ਤਾਂ ਅਸੀਂ ਕੀ ਕਰਾਂਗੇ, ਨੰਬਰਸ ਨੂੰ ਪਹਿਲਾਂ ਆਪਸ ਵਿੱਚ ਮਲਟੀਪਲਾਈ ਕਰਾਂਗੇ। ਤਾਂ 2 दूनी 4, 4 दूनी 8, 8 गुणा 10 80, 80 गुणा 10 800, 800 गुणा 10 8000। तो सिंपल ਅਸੀਂ ਕਹਿ ਸਕਦੇ ਹਾਂ 2 दूनी 4, 4 दूनी 8, 8 ਨਾਲ 3 ਵਾਰੀ 10 ਨੂੰ ਗੁਣਾ ਕਰਾਂਗੇ ਤਾਂ 3 ਜ਼ੀਰੋ ਅਸੀਂ ਨਾਲ ਲਗਾ ਸਕਦੇ ਹਾਂ। ਅਸੀਂ ਪਹਿਲਾਂ ਕਨਸੈਪਟ ਕੀਤਾ ਹੋਇਆ ਤਾਂ ਇਹ ਬਣ ਗਿਆ 8000। और ਇਹਦੇ ਅੱਗੇ ਸਾਈਨ ਮਾਈਨਸ ਗਿਣਾਂਗੇ ਕਿੰਨੇ ਹੈ, 1 2 3 4 5 6, -6 ਵਾਰੀ ਆਇਆ ਜਿਹੜੀ ਕਿ ਜਿਸਤ ਸੰਖਿਆ ਹੈ ਤਾਂ ਇਹ ਕੀ ਬਣ ਜਾਏਗਾ, +8000। ਇਹ ਸਾਡਾ आंसर आ जाएगा। उसको सिंपलीफाई करने वाले क्वेश्चन है, बहुत आसान है और ये स्कोरिंग क्वेश्चन भी है। होप ਤੁਹਾਨੂੰ ਇਹ टॉपिक क्लियर हो गया होगा और ਤੁਸੀਂ ਇਸ टॉपिक ਦੇ ਵਿੱਚ ਵਧੀਆ ਮਾਰਕਸ ਲੈ ਕੇ ਤੁਸੀਂ अच्छा ग्रेड हासिल करो। सो थैंक यू वेरी मच।